ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਰਾਗ ਮਹਲਾ ਤੀਜਾ। ਸਤਿਗੁਰ ਮਿਲਿਐ ਫੇਰ ਨ ਪਵੈ, ਜਨਮ ਮਰਨ ਦੁਖ ਜਾਏ। ਪੂਰੈ ਸ਼ਬਦ ਸਭ ਸੋਜੀ ਹੋਈ, ਹਰਿ ਨਾਮੈ ਰਹਿ ਸਮਾਏ। ਸਤਿਗੁਰ ਮਿਲਿਐ ਫੇਰ ਨ ਪਵੈ, ਜਨਮ ਮਰਨ ਦੁਖ ਜਾਏ। ਨਿਰਮਲ ਨਾਮ ਸਦ ਨਵ ਤਨੁ, ਆਪ ਵਸੈ ਮਨ ਆਏ। ਰਾਮ ਹਰ ਜੀਉ ਰਾਖੋ ਆਪਣੀ ਸ਼ਰਨਾਈ, ਜਿਉ ਰਾਖੈ ਤਿਉ ਰਹਿਣਾ। ਗੁਰ ਕੈ ਸ਼ਬਦ ਜੀਵਤ ਮਰੈ, ਗੁਰਮੁਖ ਭਵ ਜਲ ਤਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਪਵਿੱਤਰ ਬਚਨ ਤੀਸਰੇ ਪਾਤਸ਼ਾਹ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਧਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਤੇਜੋ ਨੰਦਨ ਤੀਜੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹਨ, ਜੋ ਧੰਨ ਧੰਨ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 69 ਉੱਪਰ ਸੁਭਾਏਮਾਨ ਹਨ। ਇਹ ਸ਼ਬਦ ਦੀ ਉਥਾਨਕਾ ਦੱਸਦੇ ਹੈ ਕਿ ਇੱਕ ਦਿਨ ਸੰਗਤਾਂ ਨੇ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਬੈਠਿਆਂ ਬੇਨਤੀ ਕੀਤੀ, ਪਾਤਸ਼ਾਹ 84 ਦੇ ਚੱਕਰ ਨੂੰ ਕਿਵੇਂ ਕੱਟਿਆ ਜਾ ਸਕਦਾ। 84 ਤੋਂ ਬਚਣ ਵਾਸਤੇ ਜੀਵ ਨੂੰ ਮਨੁੱਖ ਨੂੰ ਕੀ ਕੁਝ ਕਰਨਾ ਚਾਹੀਦਾ। ਤੋ ਸਤਿਗੁਰੂ ਜੀ ਨੇ ਇਹ ਸ਼ਬਦ ਰਾਹੀਂ ਵੀ ਗਿਆਨ ਦਿੱਤਾ ਤੇ ਇੱਕ ਐਸੀ ਰਚਨਾ ਰਚੀ ਸਤਿਗੁਰਾਂ ਨੇ ਜੀਵ ਦੀ 84 ਕੱਟਣ ਲਈ, ਬਾਣੀ ਨਾਲ ਜੋੜਦੇ ਹੋਏ। ਜਿਸ ਤਰ੍ਹਾਂ ਬੌਲੀ ਸਾਹਿਬ ਦੀ ਰਚਨਾ ਕੀਤੀ, ਇਹਦੇ ਵੀ ਸਤਿਗੁਰਾਂ ਦੇ ਕਈ ਮਕਸਦ ਹਨ। ਇੱਕ ਤਾਂ ਜੋ ਮਨੁੱਖਾਂ ਦੇ ਵਿੱਚ ਹੀਨ ਭਾਵਨਾ ਸੀ, ਊਚ ਨੀਚ ਦੀ ਜਿਹੜੀ ਵੱਟ ਸੀ, ਉਸ ਨੂੰ ਢਾਉਣ ਵਾਸਤੇ ਸਤਿਗੁਰਾਂ ਨੇ ਇੱਕੋ ਬੌਲੀ ਨੂੰ ਤਿਆਰ ਕਰਕੇ ਉਹਦੇ ਵਿੱਚ ਸਭ ਨੂੰ ਇਸ਼ਨਾਨ ਕਰਨ ਦਾ ਹੁਕਮ ਦਿੱਤਾ। ਔਰ ਦੂਸਰਾ, ਉਸ ਦੀਆਂ 84 ਪੌੜੀਆਂ ਤਿਆਰ ਕੀਤੀਆਂ ਗਈਆਂ ਧਰਤੀ ਤੋਂ ਲੈ ਕੇ ਉੱਪਰ ਤੱਕ। ਔਰ ਸਤਿਗੁਰਾਂ ਨੇ ਹੁਕਮ ਕੀਤਾ ਕਿ ਇਸ ਦੇ ਵਿੱਚ ਜਪਜੀ ਸਾਹਿਬ ਦੇ ਜਾਪ ਕਰਕੇ ਇਸ਼ਨਾਨ ਕੀਤਾ ਜਾਵੇ। ਭਾਵ ਮਕਸਦ ਹੈ ਗੁਰਬਾਣੀ ਨਾਲ ਜੋੜਨਾ। ਔਰ ਜੇ ਕੋਈ ਇਸ ਦੇ ਅੰਦਰ ਬਾਣੀ ਪੜ੍ਹ ਕਰਕੇ ਇਸ਼ਨਾਨ ਕਰੇਗਾ, ਉਸ ਦੇ ਦਿਮਾਗ ਦੇ ਭਰਮ ਭੁਲੇਖੇ ਵਹਿਮ ਦੂਰ ਹੋ ਜਾਣਗੇ, ਊਚ ਨੀਚਤਾ ਖਤਮ ਹੋ ਗਈ। ਕਬੀਰ ਸਾਹਿਬ ਜੀ ਦੇ ਸਮੇਂ ਦਾ ਗੱਲ ਹੈ ਕਿ ਜਦੋਂ ਕੋਈ ਨਦੀ ਤੋਂ ਪਾਣੀ ਪੀਣ ਬੈਠ ਜਾਂਦਾ ਨਾ, ਜਿਸ ਨੂੰ ਇਹ ਸ਼ੂਦਰ ਨੀਚ ਮੰਨਦੇ ਸਨ, ਜੇ ਉੱਧਰ ਵਹਿ ਜਾਂਦਾ ਜਿੱਧਰੋਂ ਪਾਣੀ ਆ ਰਿਹਾ ਹੈ, ਤੇ ਲੜਾਈਆਂ ਹੋ ਜਾਂਦੀਆਂ ਸੀ ਬ੍ਰਾਹਮਣਾਂ ਦੀਆਂ। ਹਾਂ ਹਾਂ ਮੈਂ ਪਾਣੀ ਪੀ ਰਿਹਾ, ਤੂੰ ਇੱਧਰੋਂ ਕਿਵੇਂ ਪਾਣੀ ਪੀਣਾ, ਤੂੰ ਉੱਧਰੋਂ ਪੀ। ਤਾਂ ਇਹ ਚੀਜ਼ਾਂ ਲੋਕਾਂ ਦੇ ਵਿੱਚ ਜਿਹੜੀਆਂ ਸਨ ਬਹੁਤ ਮਾੜੀਆਂ ਸਨ। ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਨੂੰ ਵੀ ਦੂਰ ਕੀਤਾ ਤੇ ਨਾਲ ਹੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਸਾਨੂੰ ਗਾਈਡ ਕੀਤਾ ਕਿ ਇਹ ਜੀਵ 84 ਲੱਖ ਜੂਨਾਂ ਦੇ ਚੱਕਰ 'ਚੋਂ ਕਿਵੇਂ ਬਚ ਸਕਦਾ, ਜੰਮਣ ਮਰਨ ਦੇ ਚੱਕਰ 'ਚੋਂ ਕਿਵੇਂ ਨਿਕਲ ਸਕਦਾ। ਅੱਜ ਦੇ ਸ਼ਬਦ ਰਾਹੀਂ ਬਿਆਨ ਕਰਦੇ ਹਨ ਮੇਰੇ ਪ੍ਰੀਤਮ।
ਸ੍ਰੀ ਰਾਗ ਮਹੱਲਾ ਤੀਜਾ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁਖ ਜਾਏ। ਜਦੋਂ ਅਸੀਂ ਗੁਰੂ ਨੂੰ ਮਿਲ ਪਾਵਾਂਗੇ, ਮਿਲਦੇ ਤਾਂ ਰੋਜ਼ ਹੀ ਆ ਵੈਸੇ, ਪਰ ਗੁਰੂ ਦੀ ਮੰਨਣ ਦੀ ਗੱਲ ਹੈ ਇੱਥੇ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਓ। ਉਸਨੂੰ ਸੁਖ ਨ ਉਪਜੈ, 100 ਗੇੜਾ ਆਓ ਜਾਓ। ਜੇ ਕੋਈ ਗੁਰੂ ਤੇ ਭਰੋਸਾ ਨਹੀਂ ਕਰਦਾ, ਗੁਰੂ ਦੇ ਬਚਨਾਂ ਤੇ ਵਿਸ਼ਵਾਸ ਨਹੀਂ ਕਰਦਾ, ਉਹ ਭਾਵੇਂ ਫਿਰ 100 ਵਾਰੀ ਗੇੜਾ ਖਾ ਜਾਵੇ ਧਰਮ ਸਥਾਨਾਂ ਤੇ, 100 ਚੱਕਰ ਕੱਢ ਲਵੇ। ਚਾਹੇ ਉਹ ਮੰਦਿਰਾਂ ਜਾਣ ਵਾਲਾ ਹੈ, ਚਾਹੇ ਗੁਰੂ ਘਰ ਜਾਣ ਵਾਲਾ ਹੈ, ਚਾਹੇ ਮਸੀਤ ਜਾਣ ਵਾਲਾ ਹੈ। ਮਕਸਦ ਹੈ ਗੁਰੂ ਦੇ ਬਚਨਾਂ ਤੇ ਭਰੋਸਾ ਕਰਕੇ ਚੱਲਣ ਤੋਂ। ਸਤਿਗੁਰ ਕੀ ਪ੍ਰਤੀਤ ਨ ਆਈਆ, ਸ਼ਬਦ ਨ ਲਾਗੋ ਭਾਓ। ਉਸਨੂੰ ਸੁਖ ਨ ਉਪਜੈ, 100 ਗੇੜਾ ਆਓ ਜਾਓ। ਇਸ ਕਰਕੇ ਗੁਰੂ ਪਾਤਸ਼ਾਹ ਕਹਿੰਦੇ, ਜਦੋਂ ਇਹ ਜੀਵ ਗੁਰੂ ਨਾਲ ਮਿਲ ਜਾਂਦਾ ਹੈ, ਗੁਰੂ ਦੀ ਗੱਲ ਮੰਨ ਲੈਂਦਾ ਹੈ, ਗੁਰੂ ਦੇ ਲੜ ਲੱਗ ਜਾਂਦਾ ਹੈ, ਸਤਿਗੁਰ ਮਿਲਿਆ ਫੇਰ ਨਾ ਪਵੈ। ਫੇਰ ਹੁੰਦਾ ਫੇਰਾ, ਜੰਮਣਾ ਮਰਨ ਦਾ ਚੱਕਰ। ਜੇ ਅਸੀਂ ਗੁਰੂ ਨੂੰ ਮਿਲ ਪਈਏ ਤਾਂ ਸਹਿਜੇ ਹੀ ਇਹ ਜੰਮਣ ਮਰਨ ਦੇ ਚੱਕਰ ਤੋਂ ਬਚਿਆ ਜਾ ਸਕਦਾ ਹੈ। ਜਨਮ ਮਰਨ ਦੁੱਖ ਜਾਏ, ਤੇ ਇਸ ਦਾ ਜੰਮਣਾ ਮਰਨ ਦਾ ਦੁੱਖ ਹੈ ਜਿਹੜਾ, ਇਹ ਵੀ ਕੱਟਿਆ ਜਾ ਸਕਦਾ। ਕਬੀਰ ਸਾਹਿਬ ਜੀ ਬੇਨਤੀ ਕਰਦੇ ਹਨ, ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਹੇ ਰਾਮ ਰਾਏ, ਸ੍ਰਿਸ਼ਟੀ ਦੇ ਰਾਜੇ ਮਾਲਕ ਪਰਮ ਪਰਮੇਸ਼ਰ ਵਾਹਿਗੁਰੂ, ਇਹ ਸਾਨੂੰ ਜੀਵਾਂ ਨੂੰ ਵੱਡਾ ਦੁੱਖ ਹੈ। ਕਦੇ ਚਿਖਾ ਦੀ ਅੱਗ ਵਿੱਚ ਮੱਚਣਾ ਤੇ ਕਦੇ ਮਾਤਾ ਦੇ ਪੇਟ ਦੀ ਅੱਗ ਵਿੱਚ ਬਚਣਾ। ਜੈਸੀ ਅਗਨ ਉਦਰ ਮੈਂ, ਤੈਸੀ ਬਾਹਰ ਮਾਇਆ। ਅੰਦਰ ਵੀ ਇੱਕ ਅੱਗ ਹੈ ਜਿਹੜੀ ਅੱਗ ਦੇ ਵਿੱਚ ਜੀਵ ਸੜਦਾ ਹੈ, ਤੇ ਇੱਕ ਅੱਗ ਬਾਹਰ ਹੈ ਜਿੱਥੇ ਸਰੀਰ ਦਾ ਸੰਸਕਾਰ ਕੀਤਾ ਜਾਂਦਾ। ਕਬੀਰ ਸਾਹਿਬ ਜੀ ਕਹਿੰਦੇ, ਮਹਾਰਾਜ ਕਿਰਪਾ ਕਰੋ, ਮੈਂ ਇਹਨਾਂ ਅਗਨੀਆਂ ਤੋਂ ਕਿਵੇਂ ਬਚ ਸਕਦਾ ਹਾਂ। ਇੱਕ ਦੁੱਖ ਰਾਮ ਰਾਏ ਕਾਟੋ ਮੇਰਾ, ਅਗਨ ਦਹੈ ਅਰ ਗਰਭ ਬਸੇਰਾ। ਤੋ ਪਾਤਸ਼ਾਹ ਜੀ ਨੇ ਫਿਰ ਅਨੇਕਾਂ ਤਰ੍ਹਾਂ ਦੇ ਸ਼ਬਦਾਂ ਦੇ ਰਾਹੀਂ ਬਖਸ਼ਿਸ਼ ਕੀਤੀ, ਗਿਆਨ ਦਿੱਤਾ, ਬਿਆਨ ਕੀਤਾ ਕਿ ਹੁਣ ਜਿਹੜੀ ਅੱਗ ਸੀ ਉਹ ਬੁਝ ਗਈ ਹੈ। ਰਖੰਦੜੋ ਪ੍ਰਭ ਆਪ, ਪ੍ਰਭੂ ਨੇ ਆਪ ਬਚਾ ਲਿਆ ਮੈਨੂੰ, ਰੱਖ ਲਿਆ ਆਪਣੇ ਚਰਨਾਂ ਦੇ ਵਿੱਚ। ਕਾਹਦੇ ਨਾਲ? ਨਾਨਕ ਸੋ ਪ੍ਰਭ ਜਾਪ, ਜਿਸ ਨੇ ਸਾਨੂੰ ਪੈਦਾ ਕੀਤਾ, ਜਿਨ ਉਪਾਈ ਮੇਦਨੀ। ਨਾਨਕ ਸੋ ਪ੍ਰਭ ਜਾਪ, ਜਿਸ ਨੇ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹਦਾ ਸਿਮਰਨ ਕਰੋ, ਉਹ ਹੀ ਸਾਨੂੰ ਇਹਨਾਂ ਅੱਗਾਂ ਤੋਂ ਬਚਾ ਸਕਦਾ ਹੈ, ਚੱਕਰ ਤੋਂ ਬਚਾ ਸਕਦਾ ਹੈ। ਸਤਿਗੁਰ ਮਿਲਿਆ ਫੇਰ ਨਾ ਪਵੈ, ਜਨਮ ਮਰਨ ਦੁੱਖ ਜਾਏ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਜਦੋਂ ਗੁਰੂ ਸਾਨੂੰ ਬਖਸ਼ਿਸ਼ ਕਰਦਾ ਹੈ, ਪੂਰਾ ਸ਼ਬਦ ਭਾਵ ਗੁਰਮੰਤਰ ਬਖਸ਼ਿਸ਼ ਕਰਦਾ ਹੈ, ਜਦੋਂ ਗੁਰਮੰਤਰ ਦੀ ਦਾਤ ਬਖਸ਼ਦਾ ਗੁਰੂ, ਫੇਰ ਗੱਲ ਬਣਦੀ ਹੈ। ਮਨੁੱਖ ਨੂੰ ਸੋਝੀ ਭਾਵ ਗਿਆਨ ਹੋ ਜਾਂਦਾ ਹੈ। ਪਿੱਛੇ ਆਪਾਂ ਪੜ੍ਹ ਰਹੇ ਸੀ ਸਹਿਜ ਅਵਸਥਾ ਬਾਰੇ। ਪਿਛਲੇ 3 ਦਿਨ ਆਪਾਂ ਸਹਿਜੇ ਤੇ ਵਿਚਾਰ ਕੀਤੀ। ਸਹਿਜੇ ਨੂੰ ਸਭ ਲੋਚਦੀ, ਬਿਨ ਗੁਰ ਪਾਇਆ ਨਾ ਜਾਏ। ਸਾਰੀ ਦੁਨੀਆ ਹੀ ਸੁਖ ਸ਼ਾਂਤੀ ਲੱਭਦੀ ਹੈ, ਗਿਆਨ ਲੱਭਦੀ ਹੈ, ਪਰ ਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਹੁੰਦਾ। ਉਸੇ ਸਹਿਜ ਦੀ ਗੱਲ ਅੱਜ ਇੱਥੇ ਫਿਰ ਕਰਦੇ ਅਗਲੇ ਸ਼ਬਦ ਵਿੱਚ। ਕਹਿੰਦੇ ਗੁਰੂ ਦੇ ਕੋਲੋਂ ਫਿਰ ਉਹ ਗਿਆਨ ਪ੍ਰਾਪਤ ਹੁੰਦਾ ਹੈ। ਪੂਰੇ ਸ਼ਬਦ ਸਭ ਸੋਝੀ ਹੋਈ, ਹਰ ਨਾਮੈ ਰਹਿ ਸਮਾਏ। ਤੇ ਫਿਰ ਮਨੁੱਖ ਦੀ ਜੀਵ ਆਤਮਾ, ਮਨੁੱਖ ਦੀ ਸੁਰਤ
ਗੁਰੂ ਦੇ ਬਖਸ਼ੇ ਸ਼ਬਦ ਨਾਲ ਜੁੜ ਕੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੀ ਹੈ। ਜਿੱਥੇ ਆਨੰਦ ਹੀ ਆਨੰਦ ਹੈ, ਜਿੱਥੇ ਫਿਰ ਆਉਣਾ ਜਾਣਾ ਜੰਮਣ ਮਰਨਾ ਆਦਿ ਇਹ ਚੱਕਰ ਨਹੀਂ ਪੈਂਦੇ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਉਹ ਮੇਰੇ ਮਨਾ ਆ ਗੁਰੂ ਦੇ ਚਰਨੀ ਲੱਗੀਏ। ਤੀਸਰੇ ਪਾਤਸ਼ਾਹ ਖੁਦ ਵੀ ਗੁਰੂ ਕੋਲ ਗਏ ਔਰ ਉਹਨਾਂ ਨੇ ਫੀਲ ਕੀਤਾ ਕਿ ਜਿਹੜੀ ਮੇਰੀ ਜ਼ਿੰਦਗੀ ਗੁਰੂ ਕੋਲ ਆਉਣ ਤੋਂ ਪਹਿਲਾਂ ਸੀ ਉਹ ਹੁਣ ਬਦਲ ਗਈ ਹੈ। ਵਾਕਿਆ ਹੀ ਗੁਰੂ ਤੋਂ ਬਗੈਰ ਗਿਆਨ ਨਹੀਂ ਹੁੰਦਾ। ਪੁੱਛੋ ਬ੍ਰਹਮੈ ਨਾਰਦੈ ਗੁਰ ਬਿਨ ਤਰਿਆ ਨਾ ਕੋਏ। ਬ੍ਰਹਮਾ ਵਿਸ਼ਨ ਮਹੇਸ਼ ਨਾਰਦ ਮੁਨੀ ਵਰਗੇ ਰਿਸ਼ੀਆਂ ਨੂੰ ਪੁੱਛ ਲਓ ਕਿ ਅੱਜ ਤੱਕ ਕੋਈ ਵੀ ਗੁਰੂ ਤੋਂ ਬਗੈਰ ਮੁਕਤ ਨਹੀਂ ਹੋਇਆ। ਗੁਰੂ ਗੁਰੂ ਗੁਰ ਕਰਮਨ ਮੋਰ, ਗੁਰੂ ਬਿਨਾ ਮੈਂ ਨਾਹੀ ਹੋਰ। ਗੁਰੂ ਵਾਲੇ ਬਣਨਾ ਕਿੰਨਾ ਜ਼ਰੂਰੀ ਆ। ਇੱਕ ਬ੍ਰਹਮਚਾਰੀ ਦੇ ਚੋਟ ਕਰਨ ਕਰਕੇ ਸਾਰੀ ਰਾਤ ਅਮਰਦਾਸ ਸਤਿਗੁਰੂ ਪਾਤਸ਼ਾਹ ਜੀ ਨੂੰ ਨੀਂਦ ਨਹੀਂ ਆਈ ਮੁੜ ਕੇ, ਔਰ ਗੁਰੂ ਦੀ ਭਾਲ ਵਿੱਚ ਸੁਰਤ ਲੱਗ ਗਈ। ਉਸੇ ਵੇਲੇ ਤੇ ਦਿਨ ਚੜ੍ਹਦੇ ਨੂੰ ਗੁਰੂ ਦੀ ਦੱਸ ਪੈ ਗਈ ਤੇ ਜਾ ਕੇ ਗੁਰੂ ਅੰਗਦ ਦੇਵ ਜੀ ਦੇ ਚਰਨੀ ਲੱਗੇ। ਔਰ ਫਿਰ ਪਤਾ ਲੱਗਿਆ ਵੀ ਗੁਰੂ ਵਾਲੇ ਬਣਨਾ ਤੇ ਨਗੁਰੇ ਰਹਿਣਾ ਦੋਨਾਂ 'ਚ ਕਿੰਨਾ ਫਰਕ ਹੈ। ਜਦੋਂ ਸੋਨਾ ਤੇ ਪਿੱਤਲ ਦੋਨਾਂ ਨੂੰ ਬਰਾਬਰ ਰੱਖਿਆ ਜਾਂਦਾ ਹੈ, ਫਿਰ ਪਤਾ ਲੱਗਦਾ ਵੀ ਸੋਨੇ ਦਾ ਕੀ ਮੁੱਲ ਹੈ, ਪਿੱਤਲ ਦਾ ਕੀ ਮੁੱਲ ਹੈ। ਇਸੇ ਤਰ੍ਹਾਂ ਹੀ ਸਾਨੂੰ ਨਗੁਰੇਪਣ ਦਾ ਕਿੰਨਾ ਦੁੱਖ ਹੈ, ਇਹਦਾ ਪਤਾ ਉਦੋਂ ਲੱਗੂ ਜਿੱਦੇ ਗੁਰੂ ਵਾਲੇ ਬਣ ਗਏ। ਜਿੱਦੇ ਗੁਰਮੰਤਰ ਗ੍ਰਹਿਣ ਕਰਕੇ ਉਸ ਦੇ ਨੂੰ ਜਪਣਾ ਸ਼ੁਰੂ ਕੀਤਾ, ਫਿਰ ਪਤਾ ਲੱਗੂ ਪਹਿਲੀ ਜ਼ਿੰਦਗੀ ਤੇ ਇਹ ਜ਼ਿੰਦਗੀ 'ਚ ਕਿੰਨਾ ਫਰਕ ਹੈ। ਪ੍ਰੀਤਮ ਜੀ ਕਹਿੰਦੇ ਸਤਿਗੁਰ ਪਾਤਸ਼ਾਹ ਜੀ ਨੇ ਕਿਰਪਾ ਕੀਤੀ। ਜਦੋਂ ਮੈਂ ਗੁਰੂ ਨੂੰ ਮਿਲਿਆ, ਮੇਰਾ ਚੰਮਣਾ ਮਰਨਾ ਚੱਕਰ ਖਤਮ ਹੋ ਗਿਆ। ਪੂਰੇ ਸ਼ਬਦ ਸਭ ਸੋਝੀ ਹੋਈ। ਗੁਰੂ ਨੇ ਗਿਆਨ ਦਿੱਤਾ, ਗੁਰਮੰਤਰ ਦਿੱਤਾ, ਮੈਨੂੰ ਗਿਆਨ ਹੋਇਆ। ਹਰ ਨਾਮੈ ਰਹਿ ਸਮਾਏ। ਹੁਣ ਮੇਰੀ ਸੁਰਤ ਸ਼ਬਦ ਵਿੱਚ ਸਮਾਈ ਰਹਿੰਦੀ ਹੈ। ਹੁਣ ਮੇਰੀ ਸੁਰਤ ਹਮੇਸ਼ਾ ਸ਼ਬਦ ਵਿੱਚ ਹੀ ਡੁੱਬੀ ਰਹਿੰਦੀ ਹੈ। ਜਿਸ ਤਰ੍ਹਾਂ ਕੋਈ ਜੇਠ ਹਾੜ ਦੀ ਗਰਮੀ ਤੋਂ ਬਚਣ ਵਾਸਤੇ ਸਰੋਵਰ ਦੇ ਵਿੱਚ, ਦਰਿਆ ਦੇ ਵਿੱਚ ਚੁੱਭੀ ਲਾ ਲਵੇ, ਤਾਂ ਜਿਹੜਾ ਉਹ ਦਰਿਆ ਦਾ ਪਾਣੀ ਹੈ ਉਸ ਭਿਆਨਕ ਅੱਗ ਤੋਂ ਬਚਾ ਲੈਂਦਾ ਹੈ, ਜੇਠ ਹਾੜ ਦੇ ਮਹੀਨੇ ਦੀ ਗਰਮੀ ਤੋਂ ਬਚਾ ਲੈਂਦਾ ਹੈ। ਇਸੇ ਤਰ੍ਹਾਂ ਹੀ ਜਦੋਂ ਇਹ ਸਿੱਖ, ਇਹ ਜੀਵ ਗੁਰੂ ਦੇ ਵਿੱਚ ਸਮਾ ਜਾਂਦਾ ਹੈ, ਗੁਰੂ ਦੇ ਸ਼ਬਦ ਨੂੰ ਆਪਣਾ ਆਸਰਾ ਬਣਾਉਂਦਾ ਹੈ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ। ਦੁਖ ਸਭ ਵਿਸਾਰਨਾ, ਅੰਗੀਕਾਰ ਉਹ ਕਰੇ ਤੇਰਾ, ਕਾਰ ਸਭ ਸਵਾਰਨਾ। ਅੰਗੀਕਾਰ ਕਰਨਾ ਹੁੰਦਾ ਹੈ ਆਪਣੇ ਵਿੱਚ ਮਿਲਾ ਲੈਣਾ। ਜਦੋਂ ਉਹ ਤੇਰਾ ਅੰਗੀਕਾਰ ਕਰੇਗਾ, ਤੈਨੂੰ ਆਪਣੇ ਵਿੱਚ ਮਿਲਾਵੇਗਾ, ਤੇਰੇ ਦੁੱਖਾਂ ਦਾ ਖਾਤਮਾ ਹੋ ਜਾਣਾ। ਸਤਿਗੁਰੂ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ, ਆ ਮਨਾ ਮੇਰਿਆ ਗੁਰੂ ਦੇ ਨਾਲ ਚਿੱਤ ਨੂੰ ਲਾਉਣਾ ਕਰ। ਨਿਰਮਲ ਨਾਮ ਸਦ ਨਵ ਤਨੋ। ਸਤਿਗੁਰੂ ਤੈਨੂੰ ਉਹ ਨਾਮ ਦੇਵੇਗਾ ਜਿਹੜਾ ਕਦੇ ਪੁਰਾਣਾ ਨਹੀਂ ਹੁੰਦਾ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰੂ ਗੋਬਿੰਦ। ਜਿਸ ਨਾਮ ਨਾਲ ਜੁੜਨ ਕਰਕੇ ਨਾਮ ਜਪਣ ਵਾਲੇ ਵੀ ਸਦਾ ਅਮਰ ਹੋ ਜਾਂਦੇ ਆ। ਪਰਮੇਸ਼ਰ ਤਾਂ ਰਹਿਣ ਵਾਲਾ ਹੈ ਹੀ, ਉਹਦਾ ਨਾਮ ਵੀ ਸਦਾ ਰਹਿਣ ਵਾਲਾ ਹੈ। ਅਤੇ ਜਿਹੜਾ ਨਾਮ ਨਾਲ ਜੁੜ ਗਿਆ ਉਹ ਵੀ ਮਰਦਾ ਨਹੀਂ ਮੁੜ ਕੇ। ਜਿਵੇਂ ਅੱਜ ਅਸੀਂ ਭਗਤਾਂ ਨੂੰ ਜਾਣਦੇ ਹਾਂ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਪਰ ਉਹਨਾਂ ਦੇ ਸਮੇਂ ਅਮੀਰਾਂ ਨੂੰ, ਰਾਜੀਆਂ, ਵਜ਼ੀਰਾਂ ਨੂੰ ਕੋਈ ਨਹੀਂ ਜਾਣਦਾ। ਉਹ ਇਹ ਨਾਮ ਦੀ ਮਹਿਮਾ ਹੈ। ਔਰ ਨਾਮ ਕਦੇ ਮੈਲਾ ਨਹੀਂ ਹੁੰਦਾ। ਨਾਮ ਨਾ ਮੈਲਾ ਹੋਏ, ਇਹਨੂੰ ਕਦੇ ਮੈਲ ਨਹੀਂ ਲੱਗਦੀ। ਜਿਵੇਂ ਸਾਡੀ ਸਾਬਣ ਕਦੇ ਮੈਲੀ ਨਹੀਂ ਹੁੰਦੀ। ਕੱਪੜੇ ਮੈਲੇ ਹੁੰਦੇ ਹੈ, ਸਾਬਣ ਲਾਉਣੇ ਆ, ਕੱਪੜੇ ਸਾਫ਼ ਹੋ ਜਾਂਦੇ ਆ, ਪਰ ਸਾਬਣ ਮੈਲੀ ਨਹੀਂ ਹੁੰਦੀ। ਇਸੇ ਤਰ੍ਹਾਂ ਹੀ ਨਾਮ ਜਿਹੜਾ ਹੈ, ਇਹ ਨਾਮ ਕਦੇ ਮੈਲਾ ਨਹੀਂ ਹੁੰਦਾ। ਨਿਰਮਲ ਨਵਤਨੋ, ਨਿਤ ਨਵਾਂ। ਬਲਕਿ ਨਾਮ ਨਾਲ ਜੁੜਨ ਵਾਲੇ ਵੀ ਨਿਰਮਲ ਹੋ ਜਾਂਦੇ ਆ। ਜਿਹੜਾ ਨਹੀਂ ਜੁੜਦਾ ਉਹਦੇ ਬਾਰੇ ਵੀ ਕੁਛ ਕਿਹਾ ਪਾਤਸ਼ਾਹ ਨੇ। ਕਹਿੰਦੇ ਗੁਰਮੰਤਰ ਹੀਨ ਜੋ ਪ੍ਰਾਣੀ, ਤ੍ਰਿਗੰਤ ਜਨ ਭ੍ਰਸ਼ਟ ਨੇ।
ਜਿਨ੍ਹਾਂ ਨੇ ਗੁਰਮੰਤਰ ਨੂੰ ਗ੍ਰਹਿਣ ਨਹੀਂ ਕੀਤਾ, ਭਾਵ ਜੋ ਗੁਰੂ ਵਾਲੇ ਨਹੀਂ ਬਣੇ, ਉਹਨਾਂ ਦਾ ਧ੍ਰਿਗ ਹੈ ਜਿਉਣਾ। ਉਹਨਾਂ ਨੇ ਮਨੁੱਖਾ ਜੀਵਨ ਨੂੰ ਭ੍ਰਿਸ਼ਟ ਕਰ ਲਿਆ, ਖਰਾਬ ਕਰ ਲਿਆ। ਗੁਰਮੰਤਰਹੀਨ ਜੋ ਪ੍ਰਾਣੀ ਤ੍ਰਿਗੰਤ ਜਨ ਭ੍ਰਸ਼ਟਨੈ, ਕੂਕਰੈ ਸੂਕਰੈ ਕਾਕਹਿ ਗਰਤ ਪੈ ਸਰਪਨੈ ਤੁਲ ਖਲੈ। ਉਹਨਾਂ ਦਾ ਮਨੁੱਖਾ ਜੀਵਨ ਇਸ ਤਰ੍ਹਾਂ ਦਾ ਹੈ, ਪਾਤਸ਼ਾਹ ਜੀ ਕਹਿੰਦੇ, ਜਿਸ ਤਰ੍ਹਾਂ ਕੋਈ ਟੇਢੀਆਂ ਜੂਨਾਂ ਵਿੱਚ ਜੀ ਭਟਕ ਰਹੇ ਨੇ। ਗੁਰਮੰਤਰ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਕੂਕਰੈ ਸੂਕਰੈ, ਕੁੱਤਿਆਂ ਸੂਰਾਂ, ਕਾਕੈ ਗਰਤ ਪੈ, ਕਾਵਾਂ ਗਧਿਆਂ ਸੱਪਾਂ ਵਰਗੀ ਹੈ। ਭਾਵ ਸਾਡੀ ਜ਼ਿੰਦਗੀ ਜਿਹੜੀ ਹੈ ਸੁਖੀ ਨਹੀਂ ਹੈ। ਗੁਰੂ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਆਓ ਗੁਰੂ ਦੇ ਲੜ ਲੱਗੀਏ। ਨਿਰਮਲ ਨਾਮ ਸਦ ਨਵਤਨੋ, ਆਪ ਵਸੈ ਮਨ ਆਏ। ਜਦੋਂ ਇਹ ਪਵਿੱਤਰ ਨਾਮ ਸਾਡੇ ਹਿਰਦੇ ਵਿੱਚ ਟਿਕ ਜਾਂਦਾ ਹੈ ਤੇ ਇਸ ਨਾਮ ਦਾ ਮਾਲਕ ਨਾਮੀ ਪਰਮੇਸ਼ਰ ਵੀ ਹਿਰਦੇ ਵਿੱਚ ਆ ਵਸਦਾ ਹੈ। ਮਨ ਮੇਰੇ ਸਤਿਗੁਰ ਸਿਉ ਚਿਤ ਲਾਏ, ਤਾਂ ਤੇ ਆਪਣੇ ਮਨ ਨੂੰ ਸੰਬੋਧਨ ਕਰੀਏ। ਉਹ ਮਨਾ ਗੁਰੂ ਵਾਲਾ ਬਣੀਏ, ਆਪਣੇ ਮਨ ਨੂੰ ਸੰਬੋਧਨ ਕਰੋ। ਮਨਾ ਆ ਗੁਰੂ ਨਾਲ ਚਿੱਤ ਲਾਈਏ, ਗੁਰੂ ਨਾਲ ਜੁੜਨਾ ਕਰੀਏ। ਨਿਰਮਲ ਨਾਮ ਸਦ ਨਵਤਨੋ, ਆਪ ਵਸੈ ਮਨ ਆਏ ਰਹਾਓ। ਹੁਣ ਗੁਰੂ ਕੋਲ ਚਲੇ ਗਏ ਤੇ ਗੁਰੂ ਨੂੰ ਬੇਨਤੀ ਕਿਵੇਂ ਕਰਨੀ ਹੈ, ਜਿਵੇਂ ਗੁਰੂ ਅਮਰਦਾਸ ਜੀ ਨੇ ਕੀਤੀ ਆ। ਜਿਸ ਵੇਲੇ ਉਹਨਾਂ ਨੂੰ ਬੀਬੀ ਅਮਰੋ, ਜੋ ਉਹਨਾਂ ਦੀ ਭਤੀਜਨੋ ਹੈ, ਘਰ ਦੇ ਵਿੱਚ, ਉਹਦੇ ਕੋਲੋਂ ਸਤਿਗੁਰੂ ਅੰਗਦ ਦੇਵ ਜੀ ਦੇ ਬਾਰੇ ਪਤਾ ਲੱਗਿਆ ਬਈ ਉਹ ਸੰਸਾਰ ਦੇ ਗੁਰੂ ਹਨ ਅਤੇ ਜੀਵਾਂ ਦਾ ਉਧਾਰ ਕਰ ਰਹੇ ਹੈ। ਤਾਂ ਸਤਿਗੁਰੂ ਅਮਰਦਾਸ ਜੀ ਕਹਿਣ ਲੱਗੇ, ਬੇਟਾ ਮੈਨੂੰ ਵੀ ਲੈ ਕੇ ਚੱਲ ਉੱਥੇ, ਮੈਂ ਗੁਰੂ ਵਾਲੇ ਬਣਨਾ ਹੈ। ਤੇ ਜਿਸ ਵੇਲੇ ਬੀਬੀ ਅਮਰੋ ਉਹਨਾਂ ਨੂੰ ਨਾਲ ਲੈ ਕੇ ਖਡੂਰ ਸਾਹਿਬ ਗਏ ਤੇ ਗੁਰੂ ਅਮਰਦਾਸ ਜੀ ਨੂੰ ਬਾਹਰ ਹੀ ਖੜਾ ਕੇ ਆਪ ਅੰਦਰ ਚਲੇ ਗਏ ਪੁੱਛਣ ਵਾਸਤੇ। ਤੇ ਪਰ ਉਸ ਤੋਂ ਪਹਿਲਾਂ ਹੀ ਗੁਰੂ ਅੰਗਦ ਦੇਵ ਜੀ ਕਹਿੰਦੇ, ਬੇਟਾ ਜਿਨ੍ਹਾਂ ਨੂੰ ਨਾਲ ਲੈ ਕੇ ਆਈਏ ਉਹਨਾਂ ਨੂੰ ਰਾਹ 'ਚ ਨਹੀਂ ਛੱਡੀਦਾ, ਜਾਂ ਅੰਦਰ ਲਿਆ ਮਹਾਂਪੁਰਖਾਂ ਨੂੰ। ਤੇ ਜਿਸ ਵੇਲੇ ਸਤਿਗੁਰੂ ਅਮਰਦਾਸ ਜੀ ਅੰਦਰ ਗਏ ਤੇ ਗੁਰੂ ਅੰਗਦ ਦੇਵ ਜੀ ਆਪਣਾ ਕੁੜਮ ਜਾਣ ਕੇ ਉੱਠ ਕੇ ਗਲਵੱਕੜੀ ਲਾ ਕੇ ਮਿਲਣ ਲੱਗੇ। ਪਰ ਸਤਿਗੁਰੂ ਅਮਰਦਾਸ ਜੀ ਕਹਿਣ ਲੱਗੇ, ਮਹਾਰਾਜ ਮੈਂ ਤਾਂ ਤੁਹਾਡੇ ਚਰਨੀ ਪੈਣ ਵਾਸਤੇ ਆਇਆ, ਅੱਜ ਮੈਂ ਕੁੜਮ ਬਣ ਕੇ ਨਹੀਂ ਆਇਆ, ਇੱਕ ਸਿੱਖ ਬਣ ਕੇ ਆਇਆ, ਸੇਵਕ ਬਣ ਕੇ ਆਇਆ। ਮਹਾਰਾਜ ਕੀ ਬੇਨਤੀ ਕਰਨੀ ਆ, ਇਸੇ ਸ਼ਬਦ ਵਿੱਚ ਦੱਸਦੇ ਹਨ, ਰਹਾਓ ਹਰ ਜੀਉ ਰਾਖੋ ਆਪਣੀ ਸ਼ਰਨਾਈ। ਮਹਾਰਾਜ ਮੈਨੂੰ ਆਪਣੀ ਸ਼ਰਨ ਵਿੱਚ ਰੱਖ ਲਓ, ਜਿਉਂ ਰਾਖੈ ਤਿਉਂ ਰਹਿਣਾ, ਜਿਵੇਂ ਰੱਖੋਗੇ ਉਵੇਂ ਹੀ ਰਹਿ ਪਵਾਂਗਾ। ਗੁਰੂ ਦੀ ਸ਼ਰਨ ਵਿੱਚ ਫਿਰ ਗੁਰੂ ਦੀ ਮੱਤ ਅਨੁਸਾਰ, ਗੁਰੂ ਦੀ ਮਰਜ਼ੀ ਮੁਤਾਬਕ ਹੀ ਰਹਿਣਾ ਪੈਂਦਾ ਨਾ, ਜਿਵੇਂ ਗੁਰੂ ਚਾਹੇ ਉਵੇਂ ਹੀ ਰਹਿਣਾ ਪੈਂਦਾ। ਫਿਰ ਆਪ ਦੀ ਮਰਜ਼ੀ ਛੱਡਣੀ ਪੈਂਦੀ ਆ। ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਆਪ ਦੀ ਮਰਜ਼ੀ ਛੱਡ ਕੇ ਹੀ ਗੁਰੂ ਦੀ ਮਰਜ਼ੀ ਨੂੰ ਮੰਨਦਿਆਂ ਹੋਇਆਂ ਜੀਵਨ ਬਤੀਤ ਕਰਨਾ ਪੈਂਦਾ। ਫਿਰ ਗੱਲ ਬਣ ਜਾਂਦੀ ਆ। ਸਤਿਗੁਰੂ ਪਾਤਸ਼ਾਹ ਕਹਿੰਦੇ, ਆਓ ਗੁਰੂ ਦੇ ਕੋਲ ਬੇਨਤੀ ਕਰੀਏ। ਹਰ ਜੀਓ ਰਾਖੋ ਆਪਣੀ ਸ਼ਰਨਾਈ, ਜਿਉਂ ਰਾਖੈ ਤਿਉਂ ਰਹਿਣਾ, ਜਿਵੇਂ ਤੁਸੀਂ ਕਹੋਗੇ ਉਵੇਂ ਹੀ ਰਹਿ ਪਾਵਾਂਗਾ। ਸਤਿਗੁਰੂ ਅੰਗਦ ਦੇਵ ਜੀ ਪਲੰਘੇ ਤੇ ਬੈਠ ਗਏ ਤੇ ਗੁਰੂ ਅਮਰਦਾਸ ਜੀ ਉਹਨਾਂ ਦੇ ਚਰਨਾਂ ਵਿੱਚ ਬੈਠ ਗਏ। ਜਿਸ ਵੇਲੇ ਉਹਨਾਂ ਦੇ ਚਰਨਾਂ ਵਿੱਚ ਬੈਠੇ ਗੱਲਬਾਤ ਚੱਲੀ ਤਾਂ ਉਸ ਵੇਲੇ ਪਾਤਸ਼ਾਹ ਜੀ ਨੇ ਫਿਰ ਬਖਸ਼ਿਸ਼ ਕੀਤੀ। ਭਾਵੇਂ ਕਿ ਸੰਸਾਰੀ ਤੌਰ ਤੇ ਰਿਸ਼ਤੇਦਾਰੀ ਵੀ ਸੀ, ਪਰ ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਅੱਜ ਇਹ ਸਿੱਖ ਬਣ ਕੇ ਆਏ ਨੇ ਤੇ ਉਹਨਾਂ ਨੇ ਉਹਨਾਂ ਨੂੰ ਸਿੱਖ ਬਣਾ ਕੇ ਆਪਣੇ ਕੋਲ ਰੱਖਣਾ ਕੀਤਾ। ਫਿਰ ਕੀ ਦਿੱਤਾ ਸਤਿਗੁਰਾਂ ਨੇ ਆਪਣੇ ਘਰੋਂ? ਉਹ ਨਾਮ ਜਿਹੜਾ ਕਦੇ ਮੈਲਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ,
निर्मल नाम सद नवतनो आप बसै मन आए। वो परिपूर्ण परमेश्वर परमात्मा आप सदा रहन वाला है। आद सच जुगाद सच है भी सच, नानक होसी भी सच, कदे बुढ़ा नहीं हुंदा। सदा रहन वाला है, आरंभता तो लैके एंड तक। एंड पता नहीं कदों है पर उदों तक वो सदा रहन वाला है, उदों बाद भी रहन वाला है। कई वारी उत्पत्ति हुंदी है, कई वारी परलों आउंदी है, जीव खत्म हो जाती है, फिर जीवां नूं साज लैंदा। उत्पत परलो शब्द होए, शब्द ही फिर उपत होए। शब्द दे राही दुनिया बनती है, शब्द विच ही समा जाती है मर के, फिर शब्द विचों प्रगट हुंदी है, पैदा हुंदी है। सतगुरु पातशाह जी कहते निर्मल नाम सद नवतनो साहिब मेरा नीत नवा। सदा सदा दातार, वो दाता नित नवा है, नित नवा है, कदे भी पुराना नहीं हुंदा। आओ उस मालक दे नाल जुड़ना करिए। सतगुरु पातशाह जी कहते फिर हुण की करिए? कहते चलो गुरु दे चरनां विच रहाओ, बेनती करिए। हर जियो राखो अपनी शरनाई। हे हरि वाहिगुरु, सानू अपनी शरण विच रख लो। हे महाराज, जिवें रखना करोगे असीं उवें ही रहांगे, भाव तुहाडी रजा विच रहांगे। इउं सतगुरु अमरदास जी ने गुरु दे हुक्म नूं तीहों काल सत करके मनना कीता। 60-65 साल की उम्र दे विच सतगुरु अमरदास महाराज जी गुरु अंगद देव जी कोल गए न, ते एक दिन सुभावक ही गुरु अंगद देव जी ने कह दिता, पुरखा सानू ब्यासा तो पानी लिया के इशनान कराया कर। बस उस दिन हद ते गुरु प्यारिओ गागर चक लई। उस गागर दे नाल फिर इन्हां ने पानी ढोना शुरू किया। पहला तड़के सदेहा उठते आ, गागर चकते आ, ब्यासा ते जाते आ और ਉਹਦੇ ਵਿੱਚ उतर जाते हैं। एक मन ਵਿੱਚ फुरना आ गया बई जे मैं पहला इशनान कर लिया तो गुरु का मगरों कराया फिर की फायदा। पर इशनान करे बिना भी इशनान कराना ठीक नहीं। तो हुण की करना इन्हां ने? कहते उस तरह ही सने वस्त्र सने कपड़े पानी विच वड़ जाना ते ਉਹਦੇ ਵਿੱਚੋਂ पानी विच खड़े खड़े ही गागर भर के धोस मार के भर के ते विच खड़े खड़े ही मोढे ते रख लेनी, क्योंकि पानी विचों गागर चकनी सौखी है। और उस तरह ही फिर उन्होंने वो गागर लियाउणी ते इशनान कराउणा, फिर दिने भी लंगर दे विच पानी लिया के देना। तो इस तरह सतगुरु पातशाह जी बेनती करते हैं कि आओ गुरु नूं ये बेनती करिए, महाराज जिवें रखोगे उवें रह पावांगे। ज्यों राखे त्यों रहना, गुर कै शब्द जीवत मरै, गुरमुख भवजल तरना। जिउंदे मरना भाव अपनी मर्जी छड्ड देनी। जदों कोई आपदी मर्जी करदा तो बोल पैंदा ना अगों, ऐ नहीं यार ऐ होना चाहिदा। पर इत्थे आपदी मर्जी छड्ड के जिवें गुरु कहंदा उवें करना। सतगुरु पातशाह जी कहने भलिओ आओ गुरु दे चरनी लगीए, गुरु नूं पुछीए ते गुरु जिवें कहंदा उवें जिउणा बतीत करिए। क्योंकि गुरु ही साडे नालों ज़्यादा सियाणा है, गुरु ही परमेश्वर दा स्वरूप है, गुरु नूं सब पता है। गुरु भूत भविख ते वर्तमान काल बारे सब जानदा है। गुरु दे शब्द नाल जुड़ करके जिउंदे मरना, जीव पुणे वालों मर जाना कि मैं जीव हाँ, ये ज्ञान हो जाना कि मैं परमात्मा दी अंश हां। गुरमुखां दे नाल मिल के संसार सागर चों तर जाना। तां बेनती कीती सतगुरु जी ये वड्डे भागां दा की मतलब है? वड्डे भागां वाला कौन हुंदा है? गल चलदी है वड्डे भाग हन।
ਸਤਿਗੁਰੂ ਪਾਤਸ਼ਾਹ ਕਹਿੰਦੇ ਵੱਡੇ ਭਾਗ ਨਾਉ ਪਾਈਐ। ਵੱਡੇ ਭਾਗ ਉਹਨਾਂ ਦੇ ਹਨ, ਇਹ ਲੱਛਣ ਹੈ ਜਿਨ੍ਹਾਂ ਨੂੰ ਗੁਰੂ ਮਿਲ ਗਿਆ। ਪਾਤਸ਼ਾਹ ਦਾ ਬਚਨ ਹੈ, ਬੜ ਭਾਗੀ ਸਤ ਸੰਗਤ ਪਾਵੈ, ਭਾਗਹੀਨ ਭਰਮ ਚੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਵੱਡੇ ਭਾਗਾਂ ਦਾ ਮਕਸਦ ਹੈ ਜਦੋਂ ਕੋਈ ਗੁਰੂ ਵਾਲਾ ਬਣਦਾ ਹੈ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਆ। ਪੂਰਵ ਕਰਮ ਅੰਕੁਰ ਜਿਹਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਜਦੋਂ ਪੂਰਬਲੇ ਕਰਮ ਪ੍ਰਗਟ ਹੁੰਦੇ ਆ, ਜਦੋਂ ਕੋਈ ਪੂਰਬਲੇ ਚੰਗੇ ਕੀਤੇ ਹੋਏ ਕਰਮ ਸਾਹਮਣੇ ਆਉਂਦੇ ਆ ਤਾਂ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਹੁੰਦੀ ਹੈ। ਪੂਰਬ ਕਰਮ ਅੰਕੁਰ ਜਿਹਾ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ। ਤੇ ਫਿਰ ਕੀ ਹੁੰਦਾ ਜਦੋਂ ਮਿਲ ਜਾਂਦਾ ਕੋਈ ਰੱਬ ਦਾ ਪਿਆਰਾ, ਤਾਂ ਸਾਡੀ ਜੀਵ ਆਤਮਾ ਜਾਗਦੀ ਹੈ। ਜਨਮ ਜਨਮ ਕੀ ਸੋਈ ਜਾਗੀ। ਕਈ ਜਨਮਾਂ ਤੋਂ ਇਹ ਸੁੱਤੀ ਹੋਈ ਟੇਢੀਆਂ ਜੂਨਾਂ ਵਿੱਚੋਂ ਵਿਚਰ ਰਹੀ ਸੀ। ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਇਹਨਾਂ ਟੇਢੀਆਂ ਜੂਨਾਂ 'ਚੋਂ ਟੱਪਦੀ ਨੂੰ ਪਤਾ ਹੀ ਨਹੀਂ ਲੱਗਿਆ ਕਿੰਨੇ ਹਜ਼ਾਰਾਂ ਸਾਲਾਂ ਦੇ ਵਿੱਚ ਇਹ ਕਿੰਨੇ ਜਨਮਾਂ ਨੂੰ ਧਾਰਨ ਕਰਕੇ ਅਨੇਕਾਂ ਚੋਲਿਆਂ ਨੂੰ ਪਹਿਣ ਦੀ ਜੰਮਦੀ ਮਰਦੀ ਆ ਰਹੀ ਹੈ। ਵੱਡੇ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸੁਹਾਈ। ਵੱਡੇ ਭਾਗਾਂ ਦੀ ਇਹ ਨਿਸ਼ਾਨੀ ਹੈ ਕਿ ਜੀਵ ਨੂੰ ਗੁਰੂ ਦੀ ਮੱਤ ਪ੍ਰਾਪਤ ਹੋ ਜਾਂਦੀ ਹੈ, ਗੁਰੂ ਮਿਲ ਜਾਂਦਾ ਹੈ। ਇਹ ਗੁਰੂ ਦੀ ਮੱਤ ਹੀ ਜੀਵ ਨੂੰ ਪਰਮੇਸ਼ਰ ਵਿੱਚ ਮਿਲਾਉਣ ਦੇ ਲਈ ਸਹਾਇਕ ਬਣਦੀ ਹੈ, ਮਦਦ ਕਰਦੀ ਹੈ। ਜਦੋਂ ਗੁਰੂ ਦੀ ਮੱਤ ਮਿਲਦੀ ਹੈ, ਇਸ ਮੱਤ ਵਿੱਚੋਂ ਹੀ ਸ਼ਬਦ ਨਿਕਲਦੇ ਆ। ਹੀਰੇ ਜਵਾਹਰਾਤ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਗੁਰ ਕੀ ਸਿੱਖ ਸੁਣੀ। ਜਦੋਂ ਗੁਰੂ ਦੀ ਮੱਤ ਨੂੰ ਧਾਰਨ ਕੀਤਾ ਤੇ ਇਹਦੇ ਹਿਰਦੇ ਵਿੱਚੋਂ, ਇਹਦੇ ਦਿਮਾਗ ਵਿੱਚੋਂ ਪਰਮੇਸ਼ਰ ਦੀ ਸਿਫਤ ਸਲਾਹ ਦੇ ਸ਼ਬਦ ਨਿਕਲਦੇ ਹਨ, ਜਿਨ੍ਹਾਂ ਨੂੰ ਹੀਰੇ ਜਵਾਹਰਾਤ ਕਿਹਾ ਗਿਆ। ਗੁਰਾਂ ਇੱਕ ਦੇ ਬੁਝਾਈ, ਗੁਰੂ ਨੇ ਜੋ ਮੈਨੂੰ ਸਮਝਾਇਆ। ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ। ਇਹ ਸਰੀਰ ਬਾਰੇ ਜਾਣਕਾਰੀ ਦਿੱਤੀ, ਪਰਮੇਸ਼ਰ ਬਾਰੇ ਜਾਣਕਾਰੀ ਦਿੱਤੀ। ਜੋ ਸਾਰਿਆਂ ਵਿੱਚ ਵਸਦਾ, ਸਭ ਦਾ ਮਾਲਕ ਹੈ, ਉਸ ਨੂੰ ਹਮੇਸ਼ਾ ਯਾਦ ਰੱਖਿਆ ਕਰੀਏ, ਉਸ ਨੂੰ ਕਦੇ ਵਿਸਾਰੀਏ ਨਾ। ਵੱਡੇ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸੁਹਾਈ। ਆਪੇ ਮਨ ਵਸਿਆ, ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਜਦੋਂ ਆਪ ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਡੇ ਹਿਰਦੇ ਵਿੱਚ ਵਸਦਾ ਹੈ, ਤਾਂ ਫਿਰ ਇਹ ਜੀਵ ਸਹਿਜੇ ਹੀ ਉਹਦੇ ਵਿੱਚ ਮਿਲ ਜਾਂਦਾ ਹੈ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਕਹਿੰਦੇ, ਤੂੰ ਤੂੰ ਕਰਤੇ ਤੂੰ ਭਇਆ, ਮੁਝ ਮੇ ਰਹਾ ਨਾ ਹੂੰ। ਭਗਤ ਜੀ ਕਹਿੰਦੇ ਹਨ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਜਿਵੇਂ ਪਾਣੀ 'ਚ ਪਾਣੀ, ਸੋਨੇ 'ਚ ਸੋਨਾ ਮਿਕਸ ਹੋ ਜਾਂਦਾ, ਇਸੇ ਤਰ੍ਹਾਂ ਹੀ ਜੀਵ ਪਰਮੇਸ਼ਰ ਦੇ ਵਿੱਚ ਮਿਲ ਜਾਂਦਾ ਤੇ ਫਿਰ ਉਹਦਾ ਰੂਪ ਹੋ ਜਾਂਦਾ। ਮੇਰੇ ਪ੍ਰੀਤਮ ਜੀ ਕਹਿੰਦੇ, ਵੱਡੇ ਭਾਗ ਨਾਉ ਪਾਈਐ, ਗੁਰਮਤਿ ਸ਼ਬਦ ਸੁਹਾਈ। ਜਦੋਂ ਗੁਰੂ ਦੀ ਸ਼ਰਨ ਵਿੱਚ ਆ ਗਿਆ, ਵੱਡੇ ਭਾਗਾਂ ਦਾ ਇਹ ਨਿਸ਼ਾਨੀ ਸੀ ਕਿ ਗੁਰੂ ਦੇ ਕੋਲੋਂ ਗੁਰਮਤਿ ਪ੍ਰਾਪਤ ਹੋਈ, ਭਾਵ ਗੁਰੂ ਦਾ ਗਿਆਨ ਪ੍ਰਾਪਤ ਹੋਇਆ, ਸ਼ਬਦ ਪ੍ਰਾਪਤ ਹੋਇਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਆਪ ਜੀ ਜਦੋਂ ਕਿਰਪਾ ਕਰਦੇ ਹੋ, ਜਦੋਂ ਕਿਸੇ 'ਤੇ ਖੁਸ਼ ਹੁੰਦੇ ਹੋ ਤੇ ਕੀ ਕਿਰਪਾ ਕਰਦੇ ਹੋ? ਜੇ ਤੁਸੀਂ ਕਿਸੇ 'ਤੇ ਖੁਸ਼ ਹੁੰਦੇ ਹੋ ਤੇ ਉਸ ਨੂੰ ਕੀ ਦਿੰਦੇ ਹੋ? ਤੇ ਪਾਤਸ਼ਾਹ ਕਹਿੰਦੇ, ਜਦ ਮੈਂ ਕਿਸੇ 'ਤੇ ਖੁਸ਼ ਹੁੰਦਾ ਤਾਂ ਮੈਂ ਉਸ ਦੇ ਘਰ ਵਿੱਚ ਇੱਕ ਗੁਰਸਿੱਖ ਨੂੰ ਜਲ ਪਾਣੀ ਛਕਣ ਲਈ ਭੇਜ ਦਿੰਦਾ, ਕਿਰਪਾ ਕਰਨ ਵਾਸਤੇ। ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ, ਸਭਨਾ ਕਾ ਮਾਂ ਪਿਓ ਆਪੇ ਆਪੇ ਸਾਰ ਕਰੇ। ਮਹਾਰਾਜ ਇਸ ਤੋਂ ਵੱਧ ਵੀ ਖੁਸ਼ੀ ਹੈ? ਕਹਿੰਦੇ ਹਾਂ। ਇਸ ਤੋਂ ਵੱਧ ਖੁਸ਼ ਹੋਵਾਂ ਤਾਂ 3 ਸਿੱਖਾਂ ਨੂੰ ਭੇਜ ਦੇਣਾ। ਮਹਾਰਾਜ ਜੀ ਇਸ ਤੋਂ ਵੱਧ ਕਹਿੰਦੇ 5 ਸਿੱਖਾਂ ਦੀ ਸੇਵਾ ਕਰਵਾਈ ਦੀ ਆ ਉਹਦੇ ਕੋਲੋਂ।
ਜਿੰਨੀ ਸੇਵਾ ਵੱਧ ਹੋਵੇਗੀ ਉਨੀ ਕਿਰਪਾ ਵੱਧ ਹੋਵੇਗੀ। ਕਹਿੰਦੇ ਜੀ ਇਸ ਤੋਂ ਵੱਧ ਵੀ ਕਿਰਪਾ ਹੈ ਕੋਈ? ਕਹਿੰਦੇ ਹਾਂ, ਜਦੋਂ ਮੈਨੂੰ ਇੰਨੀ ਖੁਸ਼ੀ ਹੋ ਜਾਵੇ ਇਸ ਤੋਂ ਵੀ ਜ਼ਿਆਦਾ ਕਿਰਪਾ ਕਰਨੀ ਹੋਵੇ ਤਾਂ ਫਿਰ ਮੈਂ ਉਸ ਨੂੰ ਆਪਣਾ ਸ਼ਬਦ ਦੇ ਕੇ, ਆਪਣੀ ਗੁਰਮਤਿ ਦੇ ਕੇ, ਨਾਮ ਦੀ ਦਾਤ ਦੇ ਕੇ ਮੈਂ ਉਹਨੂੰ ਆਪ ਦਾ ਹੀ ਬਣਾ ਲੈਣਾ। ਆ ਭਾਈ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਰੂਮੀ ਵਾਲੇ ਕਹਿੰਦੇ ਇਹਨਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਅਰਦਾਸ ਬੇਨਤੀ ਕਰਨੀ, ਮੈਨੂੰ ਆਪਣਾ ਬਣਾ ਲਓ। ਤੇ ਇੱਕ ਦਿਨ ਮਹਾਂਪੁਰਸ਼ਾਂ ਨੂੰ ਕਹਿੰਦੇ ਗੁਰੂ ਪਾਤਸ਼ਾਹ ਜੀ ਨੇ ਦਰਸ਼ਨ ਹੀ ਦਿੱਤੇ ਤੇ ਪੁੱਛਿਆ ਵੀ ਆਨੰਦ ਸਿੰਘਾ ਕੀ ਮੰਗਦਾ ਤੂੰ? ਕਹਿਣ ਲੱਗੇ ਜੀ ਮੈਨੂੰ ਤਾਂ ਕੁਝ ਮੰਗਣਾ ਨਹੀਂ ਆਉਂਦਾ। ਇੱਕ ਨਾਲ ਇਹਨਾਂ ਦੇ ਰਾਗੀ ਕੀਰਤਨ ਕਰਿਆ ਕਰਦਾ ਸੀ, ਕਹਿੰਦੇ ਉਹਨੂੰ ਵੀ ਪੁੱਛਿਆ ਵੀ ਤੂੰ ਕੀ ਮੰਗਦਾ? ਉਹਨੇ ਤਾਂ ਕਹਿ ਦਿੱਤਾ ਮਹਾਰਾਜ ਮੈਂ ਇਹੀ ਮੰਗਦਾ ਕਿ ਜਦੋਂ ਮੈਂ ਕੀਰਤਨ ਕਰਾਂ ਤੁਸੀਂ ਮੇਰੇ ਸਾਹਮਣੇ ਬੈਠਿਆ ਕਰੋ। ਤੇ ਕਹਿੰਦੇ ਪਾਤਸ਼ਾਹ ਕਹਿਣ ਲੱਗੇ ਠੀਕ ਹੈ, ਜਦੋਂ ਤੂੰ ਕੀਰਤਨ ਕਰਿਆ ਕਰੇਗਾ ਡੁੱਬ ਕੇ ਮੈਂ ਤੇਰੇ ਸਾਹਮਣੇ ਬੈਠਿਆ ਕਰੂੰਗਾ। ਆਨੰਦ ਸਿੰਘ ਤੂੰ ਵੀ ਕੁਛ ਮੰਗ ਲੈ। ਕਹਿੰਦਾ ਜੀ ਮੈਨੂੰ ਤਾਂ ਕੁਝ ਮੰਗਣਾ ਨਹੀਂ ਆਉਂਦਾ। ਕਹਿੰਦੇ ਨਹੀਂ ਨਹੀਂ ਕੁਛ ਤਾਂ ਮੰਗ ਲਾ, ਹੁਣ ਤੂੰ ਕਿੱਦਣ ਦਾ ਯਾਦ ਕਰਦਾ ਅੱਜ ਆਉਣਾ ਹੋਇਆ ਤੇ ਕੁਛ ਮੰਗ ਲੈ। ਕਹਿੰਦਾ ਜੀ ਮੈਂ ਕੀ ਮੰਗਾ, ਮੈਨੂੰ ਕੁਝ ਮੰਗਣਾ ਨਹੀਂ ਆਉਂਦਾ। ਕਹਿੰਦੇ ਫਿਰ ਵੀ? ਕਹਿੰਦੇ ਜੀ ਬਸ ਕਿਰਪਾ ਕਰਕੇ ਮੈਨੂੰ ਆਪ ਦਾ ਹੀ ਬਣਾ ਲਓ। ਕਹਿੰਦੇ ਹਲੇ ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ, ਜਦੋਂ ਤੂੰ ਮੇਰਾ ਹੀ ਬਣ ਗਿਆ ਤੇ ਮੇਰਾ ਸਾਰਾ ਕੁਝ ਤੇਰਾ ਬਣ ਗਿਆ। ਕਹੋ ਸਤਨਾਮ ਸ੍ਰੀ। ਹਲੇ ਕਹਿੰਦਾ ਮੈਨੂੰ ਮੰਗਣਾ ਨਹੀਂ ਆਉਂਦਾ ਤੇ ਮੰਗਣ ਲੱਗਿਆ ਤੇ ਮੈਨੂੰ ਹੀ ਮੰਗ ਲਿਆ, ਸਾਰਾ ਕੁਝ ਮੰਗ ਲਿਆ। ਵਾਕਿਆ ਹੀ ਸਾਨੂੰ ਗੁਰੂ ਨੂੰ ਮੰਗਣਾ ਨਹੀਂ ਆਉਂਦਾ, ਅਸੀਂ ਗੁਰੂ ਦੇ ਕੋਲ ਨਿੱਕੀਆਂ ਨਿੱਕੀਆਂ ਚੀਜ਼ਾਂ ਮੰਗ ਲੈਂਦੇ ਹਾਂ, ਕਦੇ ਆਹ ਦੇ ਦਿਓ ਜੀ, ਕਦੇ ਆਹ ਦੇ ਦਿਓ, ਕਦੇ ਆਹ ਦੇ ਦਿਓ। ਸਿਆਣਾ ਬੰਦਾ ਕਹਿੰਦਾ ਜੀ ਮੈਨੂੰ ਆਪ ਦਾ ਬਣਾ ਲਓ, ਮੈਨੂੰ ਅਡੋਪਟ ਕਰ ਲਓ, ਮੈਨੂੰ ਗੋਦ ਪਾ ਲਓ, ਮੈਨੂੰ ਆਪ ਦਾ ਬਣਾ ਲਓ, ਤੁਸੀਂ ਮੇਰੇ ਬਣ ਜਾਓ। ਜੇ ਜਦ ਕਿਸੇ ਦੇ ਘਰ ਵੀ ਜਨਮ ਹੋਏ ਬੱਚੇ ਨੂੰ ਕੋਈ ਦੂਸਰਾ ਬੰਦਾ ਗੋਦ ਲੈ ਲੈਂਦਾ ਹੈ ਤੇ ਫਿਰ ਸਾਰੀ ਚੀਜ਼ ਦਾ ਉਹ ਮਾਲਕ ਬਣ ਜਾਂਦਾ। ਇਸੇ ਤਰ੍ਹਾਂ ਹੀ ਮਹਾਂਪੁਰਸ਼ ਬਾਬਾ ਆਨੰਦ ਸਿੰਘ ਜੀ ਕਹਿੰਦੇ ਜੀ ਮੈਨੂੰ ਆਪ ਦਾ ਬਣਾ ਲਓ। ਕਹਿੰਦੇ ਹੋਰ ਕੀ ਮੰਗਣਾ ਸੀ ਇਹਦੇ ਉੱਤੇ? ਤੂੰ ਕਹਿਣਾ ਮੈਨੂੰ ਮੰਗਣਾ ਨਹੀਂ ਆਉਂਦਾ। ਇਸ ਕਰਕੇ ਗੁਰੂ ਕੋਲੋਂ ਕੀ ਮੰਗੀਏ? ਗੁਰੂ ਕਿਰਪਾ ਕਰਦਾ, ਵੱਡਾ ਭਾਗ ਨਾਉ ਪਾਈ ਹੈ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਗੁਰਮਤਿ ਸ਼ਬਦ ਸੁਹਾਈ, ਉਹ ਗੁਰਮਤਿ ਦੇ ਵਿੱਚ ਸਮਾ ਜਾਂਦੇ ਆ। ਗੁਰੂ ਉਹਨਾਂ ਨੂੰ ਆਪਣਾ ਸ਼ਬਦ ਦੇ ਦਿੰਦਾ, ਆਪਣਾ ਗੁਰਮੰਤਰ ਦੇ ਦਿੰਦਾ। ਗੁਰਮਤਿ ਸ਼ਬਦ ਸੁਹਾਈ, ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਿਹਾ ਸਮਾਈ। ਤੇ ਫਿਰ ਕੀ ਹੁੰਦਾ ਹੈ? ਫਿਰ ਉਹਦੇ ਵਿੱਚ ਤੇ ਸਿੱਖ ਵਿੱਚ ਕੋਈ ਫਰਕ ਨਹੀਂ ਰਹਿੰਦਾ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਤੇਰੇ 'ਚ ਤੇ ਮੇਰੇ 'ਚ ਤੇ ਮੇਰੇ 'ਚ ਤੇ ਤੇਰੇ 'ਚ ਹੁਣ ਕੀ ਫਰਕ ਰਹਿ ਗਿਆ? ਇੰਨਾ ਹੀ ਫਰਕ ਰਹਿ ਗਿਆ ਵੀ ਤੂੰ ਤਾਂ ਸ਼ੁੱਧ ਸੋਨੇ ਦਾ ਡਲਾ ਹੋਇਆ ਤੇ ਮੈਂ ਤਾਂ ਇੱਥੇ ਵਿੱਚੋਂ ਬਣਿਆ ਹੋਇਆ ਗਹਿਣਾ ਹਾਰ ਛਾਪ ਛੱਲਾ ਮੁੰਦਰੀ ਰਹਿ ਗਿਆ। ਹਲੇ ਮੇਰਾ ਨਾਮ ਹੈ ਦੁਨੀਆ ਵਿੱਚ ਵੀ ਫਲਾਨਾ ਸਿਉ ਹੈ, ਜਿੱਦੇ ਨਾਮ ਜਾ ਵੀ ਖਤਮ ਹੋ ਗਿਆ ਬਸ ਉਹਦੇ ਫਿਰ ਤੂੰ ਤੇ ਮੈਂ ਇੱਕੋ ਹੀ ਹੋ ਗਏ। ਕਹੋ ਸਤਨਾਮ ਸ੍ਰੀ। ਹਜੇ ਨਾਮ ਜਾ ਚੱਲਦਾ ਫਲਾਨਾ ਸਿਉ, ਪਰ ਅਸਲ ਵਿੱਚ ਸਮਝ ਆ ਗਈ ਕਿ ਮੈਂ ਫਲਾਨਾ ਸਿਉ ਨਹੀਂ, ਮੈਂ ਤਾਂ ਆਦਿ ਜੁਗਾਦੀ ਪਰਮੇਸ਼ਰ ਦੀ ਅੰਸ਼ ਹਾਂ। ਜਦੋਂ ਇਹ ਗੱਲ ਖਤਮ ਹੋ ਗਈ ਤੇ ਫਿਰ ਇਹ ਉਹਦਾ ਰੂਪ ਹੋ ਜਾਂਦਾ ਹੈ। ਹਰ ਕਾ ਸੇਵਕ ਸੋ ਹਰ ਜੇਹਾ, ਭੇਦ ਨਾ ਜਾਣੋ ਮਾਨਸ ਦੇਹਾ। ਮੇਰੇ ਪ੍ਰੀਤਮ ਜੀ ਕਹਿੰਦੇ ਆਪੇ ਮਨ ਵਸਿਆ ਪ੍ਰਭ ਕਰਤਾ, ਸਹਿਜੇ ਰਹਾ ਸਮਾਈ। ਕਹਿਣ ਲੱਗੇ ਫਿਰ ਉਹ ਪਰਿਪੂਰਨ ਪਰਮੇਸ਼ਰ ਕਰਤਾ ਪੁਰਖ ਜਿਹੜਾ ਹੈ ਉਹ ਉਹਨਾਂ ਦੇ ਵਿੱਚ ਸਮਾ ਜਾਂਦਾ ਹੈ, ਔਰ ਉਹਨਾਂ ਦੇ ਵਿੱਚ ਸਮਾ ਕਰਕੇ ਫਿਰ ਉਹਨਾਂ ਨੂੰ ਆਪ ਦਾ ਹੀ ਰੂਪ ਕਰ ਲੈਂਦਾ ਹੈ। ਇਹ ਤਾਂ ਸੀ ਗੁਰਮੁਖਾਂ ਦੀ ਹਾਲਤ। ਅੱਗੇ ਥੋੜ੍ਹੀ ਹਾਲਤ ਮਨਮੁਖਾਂ ਦੀ ਵੀ ਦੱਸਦੇ ਨੇ। ਮਹਾਰਾਜ ਜਿਹੜੇ ਗੁਰੂ ਨੂੰ ਨਹੀਂ ਮਿਲਦੇ ਉਹਨਾਂ ਦੀ ਹਾਲਤ ਕੀ ਹੈ, ਉਹਨਾਂ ਦਾ ਕੀ ਹਾਲ ਹੈ, ਉਹਨਾਂ ਦੇ ਕਿਹੋ ਜਿਹੇ ਭਾਗ ਹੈ। ਗੱਲ ਭਾਗਾਂ ਦੀ ਚੱਲਦੀ ਸੀ। ਸਤਿਗੁਰੂ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਾੜੇ ਭਾਗ ਹੀ ਹੈ। ਇੱਕ ਨਾ ਮਨ ਮੁਖ ਸ਼ਬਦ ਨ ਭਾਵੈ, ਜਿਨ੍ਹਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਜਿਨ੍ਹਾਂ ਨੂੰ
ਗੁਰੂ ਦੇ ਬਚਨ ਚੰਗੇ ਨਹੀਂ ਲੱਗਦੇ। ਬੰਧਨ ਬੰਧ ਭੰਭਾਇਆ, ਉਹ 84 ਲੱਖ ਜੂਨਾਂ ਦੇ ਵਿੱਚ ਭਟਕਦਾ ਰਹਿੰਦਾ। ਲੱਖ 84 ਫਿਰ ਆਵੇ, ਬਿਰਥਾ ਜਨਮ ਗਵਾਇਆ। ਤੇ ਉਹ 84 ਲੱਖ ਜੂਨਾਂ ਦੇ ਵਿੱਚ ਘੁੰਮਦੇ ਰਹਿੰਦੇ ਆ, ਬਾਰ-ਬਾਰ ਭਟਕਦੇ ਰਹਿੰਦੇ ਆ। ਔਰ ਮਨੁੱਖਾ ਜਨਮ ਜਿਹੜਾ ਪਰਮੇਸ਼ਰ ਨੇ ਵੱਡੇ ਭਾਗਾਂ ਨਾਲ ਸਾਨੂੰ ਦਿੱਤਾ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਦੇਹੋ ਦਰਸ ਹਰ ਰਾਇਆ, ਜਿਹੜੀ ਉਹਦੀ ਕਿਰਪਾ ਦੇ ਨਾਲ ਇਹ ਮਨੁੱਖਾ ਦੇਹ ਹੀ ਮਿਲੀ ਆ। ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਉਹਨਾਂ ਮਨਮੁੱਖਾਂ ਨੇ ਇਹ ਐਵੇਂ ਖਰਾਬ ਕਰ ਲਈ। ਲੱਖ 84 ਫਿਰ ਆਵੇ, ਤੇ ਦੁਬਾਰਾ ਫਿਰ ਟੇਢੀਆਂ ਜੂਨਾਂ ਤਿਆਰ ਆ। ਸਿਰ ਖੁਰਕਦਿਆਂ ਹੀ ਮੁਕਤੀ ਦਾ ਗੇਟ ਲੰਘ ਗਿਆ। ਜਿਵੇਂ ਆਪਣਾ ਕਿਲ੍ਹਾ ਨਾ, ਕਿਲ੍ਹਾ ਗੋਲਾਈ ਦੇ ਵਿੱਚ ਕਿੰਨਾ ਲੰਮਾ ਚੌੜਾ, ਤੇ ਇੱਕ ਥਾਂ ਤੇ ਉਹਦੇ ਵਿੱਚ ਵੜਨ ਦਾ ਗੇਟ ਹੈ। ਹੁਣ ਇਹ ਮਨੁੱਖ ਜਿਹੜਾ 84 ਲੱਖ ਜੂਨਾਂ ਦੇ ਗੇਟ ਦੇ ਵਿੱਚ, 84 ਲੱਖ ਜੂਨਾਂ ਦੇ ਕਿਲੇ ਵਿੱਚ ਬੰਦ ਹੋ ਗਏ। ਹੁਣ ਇਸ ਨੇ ਉਹਦੇ ਵਿੱਚੋਂ ਮੁਕਤ ਹੋਣਾ ਸੀ, ਤੇ ਮੁਕਤ ਹੋਣ ਵਾਸਤੇ ਗੁਰੂ ਪਿਆਰਿਓ, ਇੱਕ ਤਾਂ ਇਹ ਅੰਨਾ ਦਿਸਦਾ ਨਹੀਂ ਗੇਟ ਇਸ ਨੂੰ। ਤੇ ਕਿਸੇ ਸਿਆਣੇ ਬੰਦੇ ਨੇ ਕਿਹਾ ਵੀ ਇਹ ਕੰਧ ਨੂੰ ਹੱਥ ਲਾ ਕੇ ਘੁੰਮਦਾ ਜਾ, ਤੇ ਜਿੱਥੇ ਗੇਟ ਆ ਗਿਆ ਉੱਥੋਂ ਲੰਘ ਜਾਈ, ਮੁਕਤ ਹੋ ਜਾਵੇਗਾ। ਤੋ ਇਸ ਨੇ ਗੁਰੂ ਪਿਆਰਿਓ ਉਸ ਕਿਲੇ ਦੀ ਕੰਧ ਨੂੰ ਹੱਥ ਲਾ ਕੇ ਘੁੰਮਣਾ ਸ਼ੁਰੂ ਕੀਤਾ। ਟੋ ਕੇ ਗੇਟ ਲੱਭਣ ਲੱਗਿਆ, ਪਰ ਮਾੜੇ ਭਾਗ ਜਦੋਂ ਗੇਟ ਆਇਆ, ਸਿਰ 'ਚ ਖੁਰਕ ਹੋਣ ਲੱਗ ਪਈ। ਕੋ ਸਤਨਾਮ ਸ੍ਰੀ, ਔਰ ਕੰਧ ਨਾਲੋਂ ਹੱਥ ਛੱਡ ਕੇ ਸਿਰ ਖੁਰਕਣ ਲੱਗਿਆ, ਪਰ ਰੋਕੇ ਨਹੀਂ ਖੁਰਕਿਆ, ਟੱਪ ਗਿਆ ਉੱਥੋਂ ਦੀ ਖੁਰਕਦਾ ਤੇ ਗੇਟ ਲੰਘ ਗਿਆ। ਜਦ ਦੁਬਾਰਾ ਹੱਥ ਕੰਧ ਨੂੰ ਲਾਇਆ, ਫਿਰ ਕੰਧ ਆ ਗਈ ਤੇ ਗੇਟ ਲੰਘ ਗਿਆ। ਇਸੇ ਤਰ੍ਹਾਂ ਹੀ 84 ਲੱਖ ਜੂਨਾਂ ਦੇ ਵਿੱਚੋਂ ਮੁਕਤੀ ਦਾ ਗੇਟ ਆਇਆ ਸੀ। ਮਨੁੱਖ ਜਾਮਾ, ਮਾਨਸ ਜਾਮਾ ਆਇਆ ਸੀ 84 ਲੱਖ ਜੂਨਾਂ 'ਚੋਂ ਪਾਸ ਹੋਣ ਦਾ ਗੇਟ, ਪਰ ਇਹ ਗੇਟ ਤਾਂ ਮਾਇਆ ਦੀ ਖੁਰਕ ਨਾਲ ਹੀ ਲੰਘ ਗਿਆ। ਮਾਇਆ ਕਤਰ ਕਰਦੇ ਹੀ ਲੰਘ ਗਿਆ, ਤੇ ਦੁਬਾਰਾ ਫਿਰ 84 ਲੱਖ ਜੂਨਾਂ ਸ਼ੁਰੂ ਹੋ ਗਈਆਂ। ਇੱਕ ਨਾ ਮਨਮੁਖ ਸ਼ਬਦ ਨਾ ਭਾਵੈ, ਬੰਧਨ ਬੰਧ ਭਵਾਇਆ। ਇੱਕ ਮਨਮੁਖਾਂ ਨੂੰ ਗੁਰੂ ਦੀ ਗੱਲ ਚੰਗੀ ਨਹੀਂ ਲੱਗਦੀ, ਉਹ ਟੇਢੀਆਂ ਜੂਨਾਂ ਦੇ ਬੰਧਨ ਵਿੱਚ ਭਟਕਦੇ ਰਹਿੰਦੇ ਨੇ। ਲੱਖ 84 ਫਿਰ ਆਵੇ, ਬਿਰਥਾ ਜਨਮ ਗਵਾਇਆ। 84 ਲੱਖ ਜੂਨਾਂ ਦੇ ਵਿੱਚ ਭਟਕਦੇ ਹੋਏ ਜੀਵਨ ਜਿਹੜਾ ਹੈ ਉਹ ਖਰਾਬ ਕਰ ਲੈਂਦੇ ਹੈ। ਉਹਨਾਂ ਦਾ ਜਨਮ ਐਵੇਂ ਚਲਿਆ ਜਾਂਦਾ ਬਿਰਥਾ। ਇਸ ਕਰਕੇ ਆਓ ਗੁਰੂ ਵਾਲੇ ਬਣੀਏ। ਅੱਜ ਦਾ ਸ਼ਬਦ ਕੀ ਕਹਿੰਦਾ ਹੈ? ਤੀਜੇ ਪਾਤਸ਼ਾਹ ਸਤਿਗੁਰੂ ਅਮਰਦਾਸ ਜੀ ਮਹਾਰਾਜ ਬਖਸ਼ਿਸ਼ ਕਰਦੇ ਹਨ, ਗੁਰੂ ਵਾਲੇ ਬਣੀਏ। ਸਤਿਗੁਰ ਮਿਲਿਆ ਫੇਰ ਨਾ ਪਵੇ, ਜਨਮ ਮਰਨ ਦੁੱਖ ਜਾਏ। ਨਿਰਮਲ ਨਾਮ ਸਦ ਨਵਤਨੋ, ਹਰਿ ਆਪ ਵਸੈ ਮਨ ਆਏ। ਇਹ ਜੋ ਪਵਿੱਤਰ ਨਾਮ ਹੈ ਪਰਮੇਸ਼ਰ ਦਾ, ਜਦੋਂ ਗੁਰੂ ਕਿਰਪਾ ਕਰਦਾ ਹੈ ਜੀਵ ਦੇ ਹਿਰਦੇ ਵਿੱਚ ਵਸ ਜਾਂਦਾ ਹੈ। ਤੇ ਜਦੋਂ ਜੀਵ ਦੇ ਹਿਰਦੇ ਵਿੱਚ ਨਾਮ ਵਸ ਗਿਆ, ਜੀਵ ਨਾਮ ਦੇ ਵਿੱਚ ਵਸ ਜਾਂਦਾ ਹੈ। ਇੱਕ ਦੂਜੇ ਨਾਲ ਓਤ ਪੋਤ ਹੋ ਜਾਂਦੇ ਹੈ। ਫਿਰ ਤੇਰਾ ਤੇ ਮੇਰੇ ਦਾ ਫਰਕ ਖਤਮ ਹੋ ਜਾਂਦਾ ਹੈ। ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਜੋ ਪੈ ਹਮਨਾ ਪਾਪ ਕਰੰਤਾ, ਅਹੇ ਅਨੰਤਾ। ਪਤਿਤ ਪਾਵਨ ਨਾਮ ਕੈਸੇ ਹੁੰਤਾ। ਉਹ ਪਤਿਤਾਂ ਨੂੰ ਪਵਿੱਤਰ ਕਰਨ ਵਾਲਾ ਪਰਮੇਸ਼ਰ ਫਿਰ ਉਹ ਜੀਵ ਨੂੰ ਆਪਣੇ ਵਿੱਚ ਮਿਲਾ ਲੈਂਦਾ ਹੈ। ਇਹਦਾ ਜੰਮਣਾ ਮਰਨਾ ਖਤਮ ਹੋ ਜਾਂਦਾ ਹੈ। ਇਸੀ ਚਾਰਕ ਪਦਿਆਂ ਦੀ ਵਿਚਾਰ ਅੱਗੇ ਫਿਰ ਗੁਰਮੁਖਾਂ ਦੀ ਗੱਲ ਚੱਲਦੀ ਹੈ। ਰਹਿੰਦੇ ਚਾਰ ਪਦੇ ਕੱਲ ਨੂੰ ਸਰਵਣ ਕਰਾਂਗੇ। ਭਗਤਾ ਮਣੀ ਆਨੰਦ ਹੈ, ਸੱਚੇ ਸ਼ਬਦ ਰੰਗ ਰਾਤੇ। ਪਰਮੇਸ਼ਰ ਦੀ ਭਗਤੀ ਕਰਨ ਵਾਲੇ ਆਨੰਦ ਮਾਣਦੇ ਆ ਸ਼ਬਦ ਨਾਲ ਜੁੜ ਕੇ। ਅਣਦਿਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਅਣਦਿਨ ਬਿਨਾ ਨਾਗਾ ਪਾਇਆ, ਲਗਾਤਾਰ ਰੋਜ਼ਾਨਾ ਹਰ ਵੇਲੇ 24 ਘੰਟੇ। ਸਾਹ ਸਾਹ ਸਿਮਰੋ ਗੋਬਿੰਦ, ਮਣੀ ਅੰਤਰ ਕੀ ਉਤਰੈ ਚਿੰਦ। ਅਣਦਿਨ ਗੁਣ ਗਾਵੇ ਸਦ ਨਿਰਮਲ, ਸਹਿਜੇ ਨਾਮ ਸਮਾਤੇ। ਇਉਂ ਜਪਦੇ ਜਪਦੇ ਅਖੀਰ
ਉਸ ਪਰਮੇਸ਼ਰ ਦੇ ਨਾਮ ਵਿੱਚ ਸਮਾ ਕੇ ਉਹਦਾ ਰੂਪ ਹੋ ਜਾਂਦੇ ਹੈ। ਇਸੇ ਪਵਿੱਤਰ ਸ਼ਬਦ ਦੇ ਵਿਚਾਰ ਰਹਿੰਦੇ 4 ਪਦੇ ਕੱਲ੍ਹ ਦੇ ਦਿਨਾਂ ਵਿੱਚ ਦੀਵਾਨਾਂ ਵਿੱਚ ਸਰਵਣ ਕਰਾਂਗੇ। ਬੋਲਦਿਆਂ ਅਨੇਕਾਂ ਅੱਖਰ ਬਾਅਦ ਘਾਟ ਹੋ ਜਾਂਦੇ। ਸਿੱਖ ਸੰਗਤਾਂ ਤੇ ਸਤਿਗੁਰੂ ਬਖਸ਼ਣ ਯੋਗ ਹੈ, ਬਖਸ਼ ਲੈਣਾ ਜੀ। ਸਮਾਪਤੀ ਕਰੀਏ। ਬੁਲਾਓ ਫਤਿਹ ਪਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹ